ਯੋਗ ਸਾਥੀਓ, ਸਵਾਗਤ ਹੈ ਤੁਹਾਡਾ ਅੱਜ ਆਪਣੀ ਅਗਲੀ ਕਲਾਸ ਦੇ ਵਿੱਚ, ਜਿਸ ਦੇ ਵਿੱਚ ਆਪਾਂ ਅੱਜ ਮੌਰੀਆ ਕਾਲ ਬਾਰੇ ਪੜ੍ਹਾਂਗੇ। ਜਿਸ ਦੇ ਵਿੱਚ ਅੱਜ ਆਪਾਂ 30+ MCQ ਕਰਾਂਗੇ। ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਬੇਨਤੀ ਹੈ ਵੀ ਇਸ ਕਲਾਸ ਨੂੰ ਲਾਈਕ, ਸ਼ੇਅਰ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤਾਂ ਸਾਥੀਓ, ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ। ਮੈਨੂੰ ਕੁਝ ਸਾਥੀਆਂ ਦੇ फ़ोन 'ਤੇ ਮੈਸੇਜ ਵੀ ਆਏ ਸੀ ਜੋ ਕਹਿ ਰਹੇ ਸੀ ਵੀ ਤੁਹਾਡੇ ਕੁਐਸਚਨ ਥੋੜ੍ਹੇ ਜਿਹੇ ਔਖੇ ਹੁੰਦੇ ਆ। ਤਾਂ ਸਾਥੀਓ, ਜੇਕਰ ਆਪਾਂ ਆਪਣੇ ਹੁਣ ਮਾਸਟਰ ਕੇਡਰ ਪੇਪਰ ਦੀ ਗੱਲ ਕਰੀਏ ਜਾਂ ਦੂਜੇ ਟੈਸਟਾਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਅਕਸਰ ਹੁਣ ਔਖੇ ਪ੍ਰਸ਼ਨ ਹੀ ਪੁੱਛੇ ਜਾਂਦੇ ਆ। ਸੌਖੇ ਤਾਂ ਆਪਾਂ ਸਾਰਿਆਂ ਨੇ ਪੜ੍ਹ ਰੱਖੇ ਹੈ, ਆਪਾਂ ਤਿਆਰੀ ਵੀ ਕਰ ਰੱਖੀ ਹੈ, ਪਰ ਥੋੜ੍ਹਾ ਜੇਕਰ ਆਪਾਂ ਔਖਾ ਲੈਵਲ ਆਪਣਾ ਤਿਆਰ ਕਰਦੇ ਹਾਂ ਤਾਂ ਉਸ ਦਾ ਆਪਾਂ ਨੂੰ ਹੀ ਬੈਨੀਫਿਟ ਹੋਣਾ ਹੈ। ਕਿਉਂਕਿ ਅਗਰ ਔਖੇ ਪ੍ਰਸ਼ਨ ਆਉਂਦੇ ਹੋਣਗੇ ਤਾਂ ਸੌਖੇ ਤਾਂ ਆਪਾਂ ਪਹਿਲਾਂ ਹੀ ਤਿਆਰ ਕਰ ਰੱਖੇ ਹੈ, ਤਾਂ ਉਹ ਵੀ ਆਪਾਂ ਨੂੰ ਆਉਣੇ ਜ਼ਰੂਰੀ ਹੈ। ਤਾਂ ਆਓ ਆਪਣੀ ਅੱਜ ਦੀ ਕਲਾਸ ਸ਼ੁਰੂ ਕਰੀਏ। ਮੌਰੀਆ ਕਾਲ ਦੇ ਵਿੱਚ ਸਾਡਾ ਪਹਿਲਾ ਪ੍ਰਸ਼ਨ ਹੈ, ਮੌਰੀਆ ਕਾਲ ਬਾਰੇ ਜਾਣਕਾਰੀ ਕਿਹਨਾਂ ਗ੍ਰੰਥਾਂ ਤੋਂ ਮਿਲਦੀ ਹੈ? ਆਪਸ਼ਨ ਊੜਾ ਮੁਦਰਾਕਸ਼, ਆਪਸ਼ਨ ਆੜਾ ਕਥਾ ਸ੍ਰਿਤ ਸਾਗਰ, ਆਪਸ਼ਨ ਈੜੀ ਅਰਥਸ਼ਾਸਤਰ, ਆਪਸ਼ਨ ਸੱਸਾ ਇਹ ਸਾਰੇ। ਤਾਂ ਮੌਰੀਆ ਕਾਲ ਦੀ ਜਾਣਕਾਰੀ ਸਾਨੂੰ ਕਿਹੜੇ ਗ੍ਰੰਥ ਤੋਂ ਮਿਲਦੀ ਹੈ? ਤਾਂ ਇਸ ਦਾ ਜੋ ਸਹੀ ਉੱਤਰ ਹੈ ਉਹ ਹੈ ਆਪਸ਼ਨ ਸੱਸਾ ਇਹ ਸਾਰੇ। ਇਹਨਾਂ ਸਾਰੇ ਗ੍ਰੰਥਾਂ ਤੋਂ ਹੀ ਸਾਨੂੰ ਮੌਰੀਆ ਕਾਲ ਬਾਰੇ ਜਾਣਕਾਰੀ ਹੈ ਜੋ ਪ੍ਰਾਪਤ ਹੁੰਦੀ ਹੈ। ਅਗਲਾ ਪ੍ਰਸ਼ਨ, ਚੰਦਰਗੁਪਤ ਮੌਰੀਆ ਨੂੰ ਸੈਂਡਰੋਕੋਟਸ ਦਾ ਨਾਂ ਕਿਸ ਨੇ ਦਿੱਤਾ ਸੀ? ਆਪਸ਼ਨ ਊੜਾ ਫਿਲਾਕਾਰਸ, ਆਪਸ਼ਨ ਆੜਾ ਪਲੂਟਾਰਕ ਤੇ ਏਲੀਅਨ, ਆਪਸ਼ਨ ਈੜੀ ਜਸਟਿਨ ਤੇ ਸਟੈਰਬੋ, ਆਪਸ਼ਨ ਸੱਸਾ ਮੈਕਸਥਨੀਜ਼। ਤਾਂ ਸਾਥੀਓ, ਇਸ ਦਾ ਜੋ ਸਹੀ ਉੱਤਰ ਹੈ ਉਹ ਹੈ ਆਪਸ਼ਨ ਈੜੀ ਜਸਟਿਨ ਤੇ ਸਟੈਰਬੋ ਨੇ ਚੰਦਰਗੁਪਤ ਮੌਰੀਆ ਨੂੰ ਸੈਂਡਰੋਕੋਟਸ ਦਾ ਜੋ ਨਾਂ ਸੀ ਉਹ ਦਿੱਤਾ ਸੀ। ਅਗਲਾ ਪ੍ਰਸ਼ਨ, ਤਕਸ਼ਿਲਾ ਵਿਦਰੋਹ ਜੋ ਬਿੰਦੂਸਰ ਦੇ ਸਮੇਂ ਹੋਇਆ ਸੀ, ਇਸ ਦਾ ਵਰਣਨ ਕਿੱਥੇ ਮਿਲਦਾ ਹੈ? ਤਕਸ਼ਿਲਾ ਵਿਦਰੋਹ ਜੋ ਬਿੰਦੂਸਰ ਦੇ ਸਮੇਂ ਹੋਇਆ ਸੀ, ਇਸ ਦਾ ਵਰਣਨ ਕਿੱਥੇ ਮਿਲਦਾ ਹੈ? ਆਪਸ਼ਨ ਊੜਾ ਦਿਵਯ ਵਿਧਾਨ ਵਿੱਚ, ਆਪਸ਼ਨ ਆੜਾ ਕਥਾ ਸ੍ਰਿਤ ਸਾਗਰ ਵਿੱਚ, ਆਪਸ਼ਨ ਈੜੀ ਮੁਦਰਾਕਸ਼ ਵਿੱਚ, ਆਪਸ਼ਨ ਸੱਸਾ ਇੰਡਿਕਾ ਵਿੱਚ। ਤਾਂ ਇਸ ਦਾ ਸਾਥੀਓ ਜੋ ਸਹੀ ਉੱਤਰ ਹੈ ਉਹ ਹੈ ਆਪਸ਼ਨ ਊੜਾ ਦਿਵਯ ਵਿਧਾਨ ਵਿੱਚ। ਦਿਵਯ ਵਿਧਾਨ ਵਿੱਚ ਜੋ ਤਕਸ਼ਿਲਾ ਵਿਦਰੋਹ ਬਿੰਦੂਸਰ ਦੇ ਸਮੇਂ ਹੋਇਆ ਸੀ, ਉਸ ਦਾ ਜੋ ਸਾਨੂੰ ਵਰਣਨ ਹੈ ਦਿਵਯ ਵਿਧਾਨ ਦੇ ਵਿੱਚ ਮਿਲਦਾ ਹੈ। ਅਗਲਾ ਪ੍ਰਸ਼ਨ, ਬਿੰਦੂਸਰ ਦੇ ਦਰਬਾਰ ਵਿੱਚ ਯੂਨਾਨੀ ਰਾਜਦੂਤ ਕਿਹੜਾ ਸੀ? ਬਿੰਦੂਸਰ ਦੇ ਦਰਬਾਰ ਵਿੱਚ ਯੂਨਾਨ ਦਾ ਰਾਜਦੂਤ ਕਿਹੜਾ ਸੀ? ਆਪਸ਼ਨ ਊੜਾ ਹੈਲੀਓਡੋਰਸ, ਆਪਸ਼ਨ ਆੜਾ ਡਾਇਮੇਕਸ, ਆਪਸ਼ਨ ਈੜੀ ਮੈਕਸਥਨੀਜ਼ ਹੈ ਸਾਥੀਓ ਇਹ, ਆਪਸ਼ਨ ਸੱਸਾ ਏਟੀਆਕਸ। ਤਾਂ ਇਸ ਦਾ ਜੋ ਸਹੀ ਉੱਤਰ ਹੈ ਉਹ ਹੈ ਆਪਸ਼ਨ ਆੜਾ ਡਾਇਮੇਕਸ ਸੀ ਜੋ ਬਿੰਦੂਸਰ ਦੇ ਦਰਬਾਰ ਦੇ ਵਿੱਚ ਯੂਨਾਨੀ ਰਾਜਦੂਤ ਸੀ। ਅਗਲਾ ਪ੍ਰਸ਼ਨ, ਅਸ਼ੋਕ ਦੀ ਮਾਤਾ ਦਾ ਨਾਮ ਸ਼ੁਭਦਰੰਗੀ ਸੀ, ਇਹ ਕਿੱਥੇ ਮਿਲਿਆ ਹੈ? ਅਸ਼ੋਕ ਦੀ ਜੋ ਮਾਤਾ ਸੀ ਉਸ ਦੀ ਮਾਤਾ ਦਾ ਨਾਮ ਸ਼ੁਭਦਰੰਗੀ ਸੀ, ਇਹ ਕਿੱਥੇ ਮਿਲਿਆ ਹੈ? ਆਪਸ਼ਨ ਊੜਾ ਮਹਾਵੰਸ਼ ਵਿੱਚ, ਆਪਸ਼ਨ ਆੜਾ ਵਾਯੂ ਪੁਰਾਣ ਵਿੱਚ, ਆਪਸ਼ਨ ਈੜੀ ਦਿਵਯ ਵਿਧਾਨ ਵਿੱਚ, ਆਪਸ਼ਨ ਸੱਸਾ ਕਥਾ ਸ੍ਰਿਤ ਸਾਗਰ ਵਿੱਚ। ਤਾਂ ਇਸ ਦਾ ਜੋ ਸਹੀ ਉੱਤਰ ਹੈ ਉਹ ਹੈ ਆਪਸ਼ਨ ਈੜੀ ਦਿਵਯ ਵਿਧਾਨ ਵਿੱਚ। ਆਪਸ਼ਨ ਈੜੀ ਦਿਵਯ ਵਿਧਾਨ ਵਿੱਚ ਅਸ਼ੋਕ ਦੀ ਮਾਤਾ ਦਾ ਨਾਮ ਸਾਨੂੰ ਜੋ ਸ਼ੁਭਦਰੰਗੀ ਮਿਲਦਾ ਹੈ, ਆਪਸ਼ਨ ਈੜੀ ਦਿਵਯ ਵਿਧਾਨ ਵਿੱਚ। ਅਗਲਾ ਪ੍ਰਸ਼ਨ, ਅਸ਼ੋਕ ਦਾ ਮੂਲ ਨਾਮ ਅਸ਼ੋਕ ਕਿਹੜੇ ਅਭਿਲੇਖ ਵਿੱਚ ਮਿਲਦਾ ਹੈ? ਜੋ ਆਪਾਂ ਨੂੰ ਪਤਾ ਹੈ ਵੀ ਅਸ਼ੋਕ ਨੇ ਬਹੁਤ ਸਾਰੇ ਅਭਿਲੇਖ ਬਣਵਾਏ ਸੀ, ਲਿਖਾਏ ਸੀ, ਤਾਂ ਉਸ ਦਾ ਜੋ ਮੂਲ ਨਾਮ ਹੈ ਅਸ਼ੋਕ ਕਿਹੜੇ ਅਭਿਲੇਖ ਵਿੱਚ ਮਿਲਦਾ ਹੈ? ਆਪਸ਼ਨ ਊੜਾ ਮਾਸਕੀ, ਆਪਸ਼ਨ ਆੜਾ ਨਿਟੂਰ ਤੇ ਉਦੇਗੋਲਮ, ਆਪਸ਼ਨ ਈੜੀ ਗੁਰਜਰਾ, ਆਪਸ਼ਨ ਸੱਸਾ ਇਹ ਸਾਰੇ। ਤਾਂ ਸਾਥੀਓ, ਜੋ ਸਹੀ ਉੱਤਰ ਹੈ ਇਸ ਪ੍ਰਸ਼ਨ ਦਾ ਉਹ ਹੈ ਆਪਸ਼ਨ ਸੱਸਾ ਇਹ ਸਾਰੇ। ਇਹਨਾਂ ਸਾਰਿਆਂ ਦੇ ਵਿੱਚ ਹੀ ਅਸ਼ੋਕ ਦਾ ਨਾਮ ਅਸ਼ੋਕ ਸਾਨੂੰ ਲਿਖਿਆ ਮਿਲਦਾ ਹੈ। ਅਗਲਾ ਪ੍ਰਸ਼ਨ, ਅਸ਼ੋਕ ਨੇ ਬਿਸਤਾ ਨਦੀ ਕਿਨਾਰੇ ਸ਼੍ਰੀਨਗਰ ਦੀ ਸਥਾਪਨਾ ਕੀਤੀ ਸੀ, ਇਹ ਕਿਹੜੀ ਪੁਸਤਕ ਵਿੱਚ ਵਰਣਨ ਹੈ? ਆਪਸ਼ਨ ਊੜਾ ਮਹਾਵੰਸ਼, ਆਪਸ਼ਨ ਆੜਾ ਰਾਜਤਰੰਗਣੀ, ਆਪਸ਼ਨ ਈੜੀ ਅਰਥਸ਼ਾਸਤਰ, ਆਪਸ਼ਨ ਸੱਸਾ ਕਥਾ ਸ੍ਰਿਤ ਸਾਗਰ। ਤਾਂ ਕਿਸ ਦੇ ਵਿੱਚ ਇਹ ਮਿਲਦਾ ਵੀ ਉਸਨੇ ਅਸ਼ੋਕ ਨੇ ਸ਼੍ਰੀਨਗਰ ਦੀ ਸਥਾਪਨਾ ਕੀਤੀ ਸੀ? ਤਾਂ ਸਾਥੀਓ, ਇਸ ਦਾ ਜੋ ਸਹੀ ਉੱਤਰ ਹੈ ਉਹ ਹੈ ਆਪਸ਼ਨ ਆੜਾ ਰਾਜ
ਤਰੰਗਣੀ ਦੇ ਵਿੱਚ। ਰਾਜ ਤਰੰਗਣੀ ਹੈ ਜੋ ਉਸ ਦੇ ਵਿੱਚ ਇਹ ਸਾਨੂੰ ਲਿਖਿਆ ਮਿਲਦਾ ਵੀ ਅਸ਼ੋਕ ਨੇ ਸ਼੍ਰੀਨਗਰ ਦੀ ਸਥਾਪਨਾ ਸੀ ਜੋ ਬਿਸਤਾ ਨਦੀ ਦੇ ਕਿਨਾਰੇ ਕੀਤੀ ਸੀ। ਤਾਂ ਸਾਥੀਓ ਜੋ ਰਾਜ ਤਰੰਗਣੀ ਪੁਸਤਕ ਹੈ ਕਿਸ ਦੁਆਰਾ ਲਿਖੀ ਗਈ ਹੈ, ਇਸ ਦਾ ਜੋ ਰਾਈਟਰ ਹੈ ਉਹ ਹੈ ਕਲਹਣ। ਅਗਲਾ ਪ੍ਰਸ਼ਨ, ਸ਼ਾਹਬਾਜ਼ਗੜੀ ਤੇ ਮਾਨਸੇਰਾ ਤੋਂ ਪ੍ਰਾਪਤ ਅਭਿਲੇਖ ਕਿਹੜੀ ਲਿਪੀ ਵਿੱਚ ਹਨ? ਆਪਸ਼ਨ ਊੜਾ ਖਰੋਸਟੀ, ਆਪਸ਼ਨ ਆੜਾ ਅਰਮਾਇਕ, ਆਪਸ਼ਨ ਈੜੀ ਬ੍ਰਹਮੀ, ਆਪਸ਼ਨ ਸੱਸਾ ਗਰੀਕ। ਤਾਂ ਜੋ ਮਾਨਸੇਰਾ ਤੇ ਸ਼ਾਹਬਾਜ਼ਗੜੀ ਦੇ ਅਭਿਲੇਖ ਨੇ ਕਿਸ ਲਿਪੀ ਵਿੱਚ ਹਨ? ਤਾਂ ਇਸਦਾ ਜੋ ਸਹੀ ਉੱਤਰ ਹੈ ਉਹ ਹੈ ਆਪਸ਼ਨ ਊੜਾ ਖਰੋਸਟੀ ਲਿਪੀ ਦੇ ਵਿੱਚ ਜੋ ਸਾਨੂੰ ਅਭਿਲੇਖ ਨੇ ਉਹ ਲਿਖੇ ਮਿਲਦੇ ਆ। ਅਗਲਾ ਪ੍ਰਸ਼ਨ, ਅਸ਼ੋਕ ਨੇ ਆਪਣੇ ਰਾਜ ਤਿਲਕ ਦੇ 10ਵੇਂ ਸਾਲ ਕਿਸ ਨਗਰ ਦੀ ਯਾਤਰਾ ਕੀਤੀ ਸੀ? ਆਪਸ਼ਨ ਊੜਾ ਕਪਿਲਵਸਤੂ, ਆਪਸ਼ਨ ਆੜਾ ਲੂੰਬਿਨੀ, ਆਪਸ਼ਨ ਈੜੀ ਬੋਧ ਗਿਆ, ਆਪਸ਼ਨ ਸੱਸਾ ਪਾਟਲੀਪੁੱਤਰ। ਤਾਂ ਕਿਹੜੇ ਸਾਲ ਦੇ ਵਿੱਚ ਅਸ਼ੋਕ ਨੇ 10ਵੇਂ ਸਾਲ ਦੇ ਵਿੱਚ ਕਿਹੜੇ ਨਗਰ ਦੀ ਯਾਤਰਾ ਕੀਤੀ ਸੀ? ਤਾਂ ਇਸਦਾ ਜੋ ਸਹੀ ਉੱਤਰ ਹੈ ਉਹ ਹੈ ਆਪਸ਼ਨ ਈੜੀ ਬੋਧ ਗਿਆ ਦੀ। 10ਵੇਂ ਸਾਲ ਦੇ ਵਿੱਚ ਉਸਨੇ ਬੋਧ ਗਿਆ ਦੀ ਯਾਤਰਾ ਕੀਤੀ ਅਤੇ 8ਵੇਂ ਸਾਲ ਦੇ ਵਿੱਚ ਉਸਨੇ ਸਾਥੀਓ ਕਲਿੰਗਾ ਦੇ ਉੱਪਰ ਜੋ ਹਮਲਾ ਸੀ ਉਹ ਕੀਤਾ ਸੀ। ਅਗਲਾ ਪ੍ਰਸ਼ਨ, ਅਸ਼ੋਕ ਦੀ ਕਿਹੜੀ ਪਤਨੀ ਦਾ ਪ੍ਰਭਾਵ ਉਸ 'ਤੇ ਸਭ ਤੋਂ ਜ਼ਿਆਦਾ ਸੀ? ਆਪਸ਼ਨ ਊੜਾ ਗੌਤਮੀ, ਆਪਸ਼ਨ ਆੜਾ ਚੰਦਾਲਿਕਾ, ਆਪਸ਼ਨ ਈੜੀ ਕਾਰੂਬਾਕੀ, ਆਪਸ਼ਨ ਸੱਸਾ ਚਾਰੂਲਤਾ। ਤਾਂ ਕਿਹੜੀ ਪਤਨੀ ਸੀ ਉਸਦੀ ਜਿਸ ਦਾ ਪ੍ਰਭਾਵ ਅਸ਼ੋਕ 'ਤੇ ਸਾਰਿਆਂ ਨਾਲੋਂ ਵੱਧ ਸੀ? ਤਾਂ ਉਹ ਸੀ ਆਪਸ਼ਨ ਈੜੀ ਕਾਰੂਬਾਕੀ ਦਾ ਪ੍ਰਭਾਵ ਉਸਦੀਆਂ ਦੂਜੀਆਂ ਪਤਨੀਆਂ ਨਾਲੋਂ ਅਸ਼ੋਕ ਦੇ ਉੱਪਰ ਜ਼ਿਆਦਾ ਸੀ। ਅਗਲਾ ਪ੍ਰਸ਼ਨ, ਕਿਸ ਬੋਧੀ ਗ੍ਰੰਥ ਵਿੱਚ ਚੰਦਰਗੁਪਤ ਮੌਰੀਆ ਨੂੰ ਕਸ਼ੱਤਰੀ ਦੱਸਿਆ ਗਿਆ ਹੈ? ਕਿਸ ਬੋਧੀ ਗ੍ਰੰਥ ਵਿੱਚ ਚੰਦਰਗੁਪਤ ਮੌਰੀਆ ਨੂੰ ਕਸ਼ੱਤਰੀ ਦੱਸਿਆ ਗਿਆ ਹੈ? ਆਪਸ਼ਨ ਊੜਾ ਮਹਾਵੰਸ਼, ਆਪਸ਼ਨ ਆੜਾ ਰਾਜ ਤਰੰਗਣੀ, ਆਪਸ਼ਨ ਈੜੀ ਅਰਥਸ਼ਾਸਤਰ, ਆਪਸ਼ਨ ਸੱਸਾ ਕਥਾਸ੍ਰਿਤ ਸਾਗਰ। ਤਾਂ ਇਸਦਾ ਜੋ ਸਹੀ ਉੱਤਰ ਹੈ ਆਪਸ਼ਨ ਊੜਾ ਮਹਾਵੰਸ਼ ਦੇ ਵਿੱਚ ਬੋਧੀ ਗ੍ਰੰਥ ਹੈ ਮਹਾਵੰਸ਼, ਉਸ ਦੇ ਵਿੱਚ ਚੰਦਰਗੁਪਤ ਨੂੰ ਕਸ਼ੱਤਰੀ ਦੱਸਿਆ ਗਿਆ ਹੈ। ਅਗਲਾ ਪ੍ਰਸ਼ਨ, ਕਿਸ ਅਭਿਲੇਖ ਤੋਂ ਪਤਾ ਲੱਗਦਾ ਹੈ ਕਿ ਚੰਦਰਗੁਪਤ ਦਾ ਪ੍ਰਭਾਵ ਪੱਛਮੀ ਭਾਰਤ ਤੱਕ ਫੈਲਿਆ ਹੋਇਆ ਸੀ? ਪੱਛਮੀ ਭਾਰਤ ਤੱਕ, ਇੱਥੇ ਭਾਰਤ ਮਿਸ ਹੈ, ਪੱਛਮੀ ਭਾਰਤ ਤੱਕ ਫੈਲਿਆ ਹੋਇਆ ਸੀ। ਕਿਸ ਅਭਿਲੇਖ ਤੋਂ ਇਹ ਸਾਨੂੰ ਪਤਾ ਲੱਗਦਾ ਹੈ? ਤਾਂ ਇਸ ਦਾ ਪਤਾ ਸਾਨੂੰ ਮਾਸਕੀ ਅਭਿਲੇਖ, ਆਪਸ਼ਨ ਆੜਾ ਮਹਾਸਥਾਨ ਅਭਿਲੇਖ, ਆਪਸ਼ਨ ਈੜੀ ਰੁਦਰਾ ਦਮਨ ਜਾਂ ਜੂਨਾਗੜ੍ਹ ਅਭਿਲੇਖ, ਆਪਸ਼ਨ ਸੱਸਾ ਕਲਸੀ ਅਭਿਲੇਖ। ਕਿਸ ਤੋਂ ਪਤਾ ਲੱਗਦਾ ਸਾਥੀਓ? ਇਸ ਦਾ ਜੋ ਸਹੀ ਉੱਤਰ ਹੈ ਆਪਸ਼ਨ ਈੜੀ ਰੁਦਰਾ ਦਮਨ ਦਾ ਜੂਨਾਗੜ੍ਹ ਅਭਿਲੇਖ ਤੋਂ ਸਾਨੂੰ ਇਹ ਪਤਾ ਲੱਗਦਾ ਵੀ ਜੋ ਚੰਦਰਗੁਪਤ ਦਾ ਪ੍ਰਭਾਵ ਸੀ ਪੱਛਮੀ ਭਾਰਤ ਤੱਕ ਫੈਲਿਆ ਹੋਇਆ ਸੀ। ਅਗਲਾ ਪ੍ਰਸ਼ਨ, ਭਾਰਤੀ ਲਿਖਣ ਦੀ ਕਲਾ ਨਹੀਂ ਜਾਣਦੇ ਇਹ ਕਿਸ ਨੇ ਕਿਹਾ? ਆਪਸ਼ਨ ਊੜਾ ਮੈਗਸਥਨੀਜ਼, ਆਪਸ਼ਨ ਆੜਾ ਫਾਹੀਜਾਨ, ਆਪਸ਼ਨ ਈੜੀ ਸਟੈਰਬੋ, ਆਪਸ਼ਨ ਸੱਸਾ ਕੌਟਲਿਆ। ਤਾਂ ਇਸ ਦਾ ਜੋ ਸਹੀ ਉੱਤਰ ਹੈ ਆਪਸ਼ਨ ਊੜਾ ਮੈਗਸਥਨੀਜ਼ ਨੇ ਕਿਹਾ ਵੀ ਜੋ ਭਾਰਤ ਦੇ ਲੋਕ ਨੇ ਉਹ ਲਿਖਣਾ ਨਹੀਂ ਜਾਣਦੇ। ਅਗਲਾ ਪ੍ਰਸ਼ਨ, ਕਿਸ ਗ੍ਰੰਥ ਵਿੱਚ ਸ਼ੂਦਰਾਂ ਲਈ ਆਰੀਆ ਸ਼ਬਦ ਵਰਤਿਆ ਗਿਆ ਹੈ? ਕਿਸ ਗ੍ਰੰਥ ਵਿੱਚ ਸ਼ੂਦਰਾਂ ਲਈ ਆਰੀਆ ਸ਼ਬਦ ਦੀ ਵਰਤੋਂ ਕੀਤੀ ਗਈ ਹੈ? ਆਪਸ਼ਨ ਊੜਾ ਮਹਾਵੰਸ਼, ਆਪਸ਼ਨ ਆੜਾ ਰਾਜ ਤਰੰਗਣੀ, ਆਪਸ਼ਨ ਈੜੀ ਅਰਥਸ਼ਾਸਤਰ, ਆਪਸ਼ਨ ਸੱਸਾ ਕਥਾਸ੍ਰਿਤ ਸਾਗਰ। ਤਾਂ ਇਸਦਾ ਜੋ ਸਹੀ ਉੱਤਰ ਹੈ ਉਹ ਹੈ ਆਪਸ਼ਨ ਈੜੀ ਅਰਥਸ਼ਾਸਤਰ ਦੇ ਵਿੱਚ ਸ਼ੂਦਰਾਂ ਲਈ ਜੋ ਆਰੀਆ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਅਗਲਾ ਪ੍ਰਸ਼ਨ, ਕਿਸ ਗ੍ਰੰਥ ਵਿੱਚ ਚੰਦਰਗੁਪਤ ਮੌਰੀਆ ਲਈ ਵਿਰਸ਼ਲ ਜਾਂ ਨਿਮਨ ਕੁਲ ਦਾ ਪ੍ਰਯੋਗ ਕੀਤਾ ਗਿਆ ਹੈ? ਆਪਸ਼ਨ ਊੜਾ ਮਹਾਵੰਸ਼, ਆਪਸ਼ਨ ਆੜਾ ਰਾਜ ਤਰੰਗਣੀ, ਆਪਸ਼ਨ ਈੜੀ ਅਰਥਸ਼ਾਸਤਰ, ਆਪਸ਼ਨ ਸੱਸਾ ਮੁਦਰਾਕਸ਼। ਤਾਂ ਇਸਦਾ ਜੋ ਸਹੀ ਉੱਤਰ ਹੈ ਉਹ ਹੈ ਆਪਸ਼ਨ ਸੱਸਾ ਮੁਦਰਾਕਸ਼ ਦੇ ਵਿੱਚ ਜੋ ਕਿ ਵਿਸਾਖਾ ਦੀ ਰਚਨਾ ਹੈ ਵਿੱਚ ਚੰਦਰਗੁਪਤ ਦੇ ਲਈ ਵਿਰਸ਼ਲ ਜਾਂ ਨਿਮਨ ਕਬੀਲੇ ਦਾ ਪ੍ਰਯੋਗ ਕੀਤਾ ਗਿਆ ਹੈ। ਅਗਲਾ ਪ੍ਰਸ਼ਨ, ਕਿਸਨੇ ਪਾਟਲੀਪੁੱਤਰ ਨੂੰ ਪਾਲੀਬਰੋਥਾ ਕਿਹਾ ਹੈ? ਆਪਸ਼ਨ ਊੜਾ ਕੌਟਲਿਆ, ਆਪਸ਼ਨ ਆੜਾ ਮੈਗਸਥਨੀਜ਼, ਆਪਸ਼ਨ ਈੜੀ ਸੈਂਡਰੋਕੋਟਸ, ਆਪਸ਼ਨ ਸੱਸਾ ਤਿਮਸ। ਤਾਂ ਇਸ ਦਾ ਜੋ ਸਹੀ ਉੱਤਰ ਹੈ ਉਹ ਹੈ ਆਪਸ਼ਨ ਆੜਾ ਮੈਗਸਥਨੀਜ਼ ਨੇ ਪਾਟਲੀਪੁੱਤਰ ਨੂੰ ਪਾਲੀਬਰੋਥਾ ਕਿਹਾ ਹੈ। ਅਗਲਾ ਪ੍ਰਸ਼ਨ, ਸੁਦਰਸ਼ਨ ਝੀਲ ਦਾ ਨਿਰਮਾਣ ਚੰਦਰਗੁਪਤ ਮੌਰੀਆ ਨੇ ਕਰਵਾਇਆ, ਇਸ ਦਾ ਪਤਾ
कित्थों लगदा है, किहड़े अभिलेख तो पता लगदा है भी जो सुदर्शन झील है उसका निर्माण चंद्रगुप्त मौर्य ने करवाया सी। ऑप्शन ऊड़ा जूनागढ़ अभिलेख, ऑप्शन आड़ा मास्की अभिलेख, ऑप्शन ईड़ी कलसी अभिलेख, ऑप्शन सस्सा गुटर अभिलेख। तो इसका जो सही उत्तर है वो है ऑप्शन ऊड़ा जूनागढ़ अभिलेख तो ये पता लगता है भी जो चंद्रगुप्त मौर्य ने एक सुदर्शन नाम की झील का निर्माण से जो करवाया सी। अगला प्रश्न, अशोक नूं बुद्ध धर्म बारे किस तो पता लग्या सी, किस तो उसनूं जानकारी हुई सी भी एक बुद्ध धर्म है जो उसके राज समय चल रहा है। ऑप्शन ऊड़ा कौटल्या, ऑप्शन आड़ा राधा गुप्त, ऑप्शन ईडी निगोर्थ, ऑप्शन सस्सा महिंद्र। तो इसका जो सही उत्तर है वो है ऑप्शन ईडी निगोर्थ। निगोर्थ तो उसनूं इस बारे पता लग्या सी, निगोर्थ सी जो महाराजा अशोक का भतीजा सी निगोर्थ महाराजा अशोक का, उस तो उसनूं बुद्ध धर्म बारे जो जानकारी सी मिली सी। अगला प्रश्न, अशोक ने बुद्ध धर्म की सिक्ख्या किस बोधी भिक्षु तो ग्रहण की। ऑप्शन ऊड़ा निगोर्थ, ऑप्शन आड़ा उपगुप्त, ऑप्शन ईडी संभवनाथ, ऑप्शन सस्सा निरूपटनाथ। तो इसका जो सही उत्तर है ऑप्शन आड़ा उपगुप्त। उपगुप्त तो उसने बुद्ध धर्म की जो सिक्ख्या सी ग्रहण की सी महाराजा अशोक ने। अगला प्रश्न, किहड़े बोधी ग्रंथ विच अशोक दियां धम्म यात्रावां का वर्णन मिलता है। किहड़े बोधी ग्रंथ विच अशोक दियां धम्म यात्रावां का वर्णन मिलता है। ऑप्शन ऊड़ा दिव्य विधान, ऑप्शन आड़ा कथासृत सागर, ऑप्शन ईडी मुद्राक्ष, ऑप्शन सस्सा इंडिका। तो इसका जो सही उत्तर है वो है ऑप्शन ऊड़ा दिव्य विधान दे विच अशोक दियां जो धम्म यात्रावां सी उन्हां बारे सानूं जानकारी मिलती है। अगला प्रश्न, किसने अशोक की मूर्ति नूं एक भिक्षु के वेश विच देखा सी। जो अशोक की मूर्ति बनी हुई है एक भिक्षु के रूप में, उसनूं किसने देखा सी। ऑप्शन ऊड़ा ह्यूनसांग, ऑप्शन आड़ा मैक्सनीज, ऑप्शन ईडी इत्सिंग, ऑप्शन सस्सा एलनब्रो। तो इसका जो सही उत्तर है वह है ऑप्शन ईडी इत्सिंग। इत्सिंग ने महाराजा अशोक की एक बोधी भिक्षु के रूप के जिहड़ी मूर्ति सी देखी सी। अगला प्रश्न, हेठ लिखियां विचों किसनूं राणी का अभिलेख कहा जाता है। जिस तरह सानूं महाराजा अशोक के शिलालेख मिलते हैं उस विचों किसनूं राणी का अभिलेख कहा जाता है। ऑप्शन ऊड़ा पंजवां, ऑप्शन आड़ा दूजा, ऑप्शन ईडी पहला, ऑप्शन सस्सा तीजा। तो जो इसका जो सही उत्तर है वो है ऑप्शन सस्सा तीजा। तीजे जो उसका अभिलेख है महाराजा अशोक का उसनूं राणी का अभिलेख भी कहा जाता है। तो पाणपतन जो अभिलेख है वो मिलता सानूं जिसनूं राणी की घोषणा भी कहा जाता है, तो कारूबाकी राणी का यह घोषणा वाला अभिलेख है सानूं मिलता है। अगला प्रश्न, अशोक ने अपने आप को केवल एक बार मगध का राजा किस अभिलेख विच कहा है। ऑप्शन ऊड़ा भाबरू अभिलेख, ऑप्शन आड़ा मास्की, ऑप्शन ईडी बराबर गुफा अभिलेख, ऑप्शन सस्सा गुर्जरा अभिलेख दे विच। तो उसने अपने आप को मगध का राजा किस अभिलेख विच कहा है। ऑप्शन ऊड़ा भाबरू अभिलेख दे विच उसने अपने आप को मगध का राजा घोषित किया है। अगला प्रश्न, अशोक ने किस दी सहायता नाल राजगद्दी प्राप्त की सी। ऑप्शन ऊड़ा पुष्यगुप्त, ऑप्शन आड़ा राधा गुप्त, ऑप्शन ईडी विष्णुगुप्त, ऑप्शन सस्सा विष्णुगुप्त। तो उसने किस दे सहायता दे नाल राजगद्दी प्राप्त की, वो सी ऑप्शन आड़ा राधा गुप्त। तो उसने जो मंत्रियों की सहायता नाल गद्दी प्राप्त की सी, राधा गुप्त उन्हों का मुखी सी, इसकी सहायता दे नाल उसने गद्दी सी जो प्राप्त कर ली सी। अगला प्रश्न, किस मौर्य शासक ने पश्चिमी एशिया के यूनानी शासक सैलुकस निकेटर नाल विवाहिक संबंध जोड़े सी। ऑप्शन ऊड़ा बिंदुसर, ऑप्शन आड़ा अशोक, ऑप्शन ईडी चंद्रगुप्त मौर्य, ऑप्शन सस्सा राधा गुप्त। तो इन्हां विचों किसने अपने विवाहिक संबंध जोड़े सी। ऑप्शन ईडी चंद्रगुप्त मौर्य ने। चंद्रगुप्त मौर्य ने जी सी सैलुकस निकेटर नाल जो विवाहिक संबंध जोड़े सी। जो 305 विच चंद्रगुप्त मौर्य सैलुकस निकेटर नूं हरा दिंदा है तो उस तो बाद उसकी पुत्री है जो हैलीना उसदे नाल चंद्रगुप्त मौर्य विआह करवाउंदा है। इसनूं 5 इलाके कंधार, हैरात, मकरान ये वाले भी जो चंद्रगुप्त नूं मिलते हैं सैलुकस निकेटर वालों, तो वो सैलुकस निकेटर नाल विवाहिक संबंध किसने जोड़े सी, चंद्रगुप्त मौर्य ने। अगला प्रश्न, बिंदुसार के दरबार विच सीरिया के राजे एंटीओकस पहले का राजदूत कौन सी। ऑप्शन ऊड़ा डिमाक्स, ऑप्शन आड़ा
उत्तरोगस्ट, ऑप्शन ईडी मैक्सनीज, ऑप्शन सस्सा पिलनी। तो इसका जो सही उत्तर है वो है ऑप्शन ऊड़ा डिमाक्स। डिमाक्स सी जो सीरिया के राजे एंटीओकस पहले का राजदूत सी। अगला प्रश्न, किस मौर्य शासक बारे सिर्फ बराबर गुफा अभिलेख विच ही जानकारी मिलती है। तो हेठ लिखिया विचों किहड़ा मौर्य शासक सी जिस बारे सिर्फ जानकारी बराबर गुफा अभिलेख विच मिलती है। ऑप्शन ऊड़ा दशरथ, ऑप्शन आड़ा विष्णुगोप, ऑप्शन ईडी अशोक, ऑप्शन सस्सा कुणाल। तो इसका जो सही उत्तर है ऑप्शन ऊड़ा दशरथ बारे। दशरथ बारे जानकारी सिर्फ बराबर गुफा अभिलेख विच ही सानू मिलती है। अगला प्रश्न, कलहण की रात रंगनी अनुसार अशोक का सब तो प्यारा देवता किहड़ा सी। कलहण की रात रंगनी तो ही सानू ये पता लग्या सी भी अशोक ने जो श्रीनगर की स्थापना की सी। तो उस दे अनुसार ही सानू इस किताब तो ये भी पता लगता है भी उस अशोक का सब तो प्यारा देवता किहड़ा सी। ऑप्शन ऊड़ा विष्णु, ऑप्शन आड़ा शिव, ऑप्शन ईडी इंद्र, ऑप्शन सस्सा ब्रह्मा। तो जो उसका सब तो प्यारा देवता सी ऑप्शन आड़ा शिव सी। अशोक का जो सब तो प्यारा देवता सी वो शिव सी। अगला प्रश्न, मौर्य काल समय पाटलीपुत्र का प्रबंध एक दल करता सी उसके किन्ने मैंबर सी। ऑप्शन ऊड़ा 20, ऑप्शन आड़ा 5, ऑप्शन ईडी 30, ऑप्शन सस्सा 6। तो इसका जो सही उत्तर है वो है ऑप्शन ईडी 30। तो 30 मैंबरों का एक दल सी। अगे ये दल भी जो 6 कमेटियां विच वंडिया होया सी ते हरेक कमेटी के 5-5 मैंबर सी। तो साथियों ये याद रखना है भी एक दल सी जिसके 30 मैंबर सी ते अगे वो दल भी 6 कमेटियां च वंडिया गया सी अगे जिसके 5-5 मैंबर सन। अगला प्रश्न, बिंदुसर की मौत समय अशोक कित्थों का गवर्नर सी। अशोक का पिता है जो बिंदुसर जो उसकी मौत होंदी है तो अशोक कित्थों का गवर्नर सी। ऑप्शन ऊड़ा तक्षशिला, ऑप्शन आड़ा तुशाली, ऑप्शन ईडी उज्जैन, ऑप्शन सस्सा सौराष्ट्र। तो इसका जो सही उत्तर है ऑप्शन ईडी उज्जैन। उज्जैन का गवर्नर सी अशोक जिस समय उसके पिता बिंदुसर की मौत होंदी है। अगला प्रश्न, अशोक के किहड़े अभिलेख तो बुद्ध धर्म के शासकों का पता लगता है। ऑप्शन ऊड़ा सारनाथ, ऑप्शन आड़ा लुंबनी, ऑप्शन ईडी भवरू, ऑप्शन सस्सा मास्की। तो किन्ना तो बुद्ध धर्म के शासकों का पता लगता है। ऑप्शन सस्सा मास्की अभिलेख तो सानू बुद्ध धर्म के शासकों का जो पता लगता है। अगला प्रश्न, भारतीय इतिहास विच पहला राष्ट्रीय सम्राट कौन बनया। ऑप्शन ऊड़ा चंद्रगुप्त मौर्य, ऑप्शन आड़ा अशोक, ऑप्शन ईडी विक्रमादित्य, ऑप्शन सस्सा कनिष्क। तो इसका जो सही उत्तर है वो है ऑप्शन ऊड़ा चंद्रगुप्त मौर्य पहला भारतीय राष्ट्रीय सम्राट सी जो बनया सी। अगला प्रश्न, चंद्रगुप्त मौर्य ने अपना आखिरी समा कित्थे बतीत किया। ऑप्शन ऊड़ा गिरीनाथ, ऑप्शन आड़ा शरवणबेनगोला, ऑप्शन ईडी पाटलीपुत्र, ऑप्शन सस्सा तक्षशिला। तो इसका जो सही उत्तर है वो है ऑप्शन आड़ा शरवणबेलगोला चला गया सी जिसने जैन धर्म धारण कर लिया सी तो उत्थे सलेखना विधि राही अन्न जल त्याग के जी अपनी मौत सी इसने कर ली सी। अगला प्रश्न, मौर्य काल की किहड़ी पुस्तक विच जहाज अते किश्तियां का जिक्र मिलता है। ऑप्शन ऊड़ा मुद्राक्ष, ऑप्शन आड़ा इंडिका, ऑप्शन ईडी दिव्य विधान, ऑप्शन सस्सा अर्थशास्त्र। तो किहड़ी पुस्तक है जिस जहाज अते किश्तियां का जिक्र आता है वो है ऑप्शन आड़ा इंडिका दे विच। इंडिका दे विच सानू इन्हां चीज़ों का जिक्र है जो मिलता है। अगला प्रश्न, मौर्य शासन नू किसने तबाह किया सी। ऑप्शन ऊड़ा बहीद्रथा, ऑप्शन आड़ा पुष्यमित्र शुंग, ऑप्शन ईडी सिकंदर, ऑप्शन सस्सा मैक्सनीस। तो इसका जो सही उत्तर है वो है ऑप्शन आड़ा पुष्यमित्र शुंग ने मौर्य शासन नू जो तबाह कर दिता सी। तो साथियों ये सी अपने अज दे प्रश्न जो कि मौर्य काल नाल संबंधित सी। अपनी अगली क्लास दे विच भी आपां इसे तरह के यूजफुल प्रश्न उत्तर लैके मिलांगे। तद तक लई धन्नवाद। सो किरपा करके इस चैनल नू सबसक्राइब जरूर करो तां जो आउण वालियां वीडियो आप जी नू मिलदियां रहन।